ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ। ਸਰਕਾਰ ਨੇ ਕਿਸਾਨਾਂ ਦਾ ਡਟਵਾਂ ਸਾਥ ਦੇਣ ਦੀ ਆਖੀ ਗੱਲ। ਸਿਵਲ ਸਕੱਤਰੇਤ 'ਚ ਦਾਖਲ ਹੋਣ ਲਈ ਸਰਪੰਚਾਂ ਤੇ ਕੌਂਸਲਰਾਂ ਦੇ ਬਣਨਗੇ ਆਈ ਕਾਰਡ। ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ। ਰੇਲ ਤੇ ਸੜਕੀ ਆਵਾਜਾਈ ਰਹੀ ਠੱਪ, ਬਾਜ਼ਾਰ ਰਹੇ ਬੰਦ। ਖੇਤੀ ਕਾਨੂੰਨ ਰੱਦ ਨਾ ਹੋਣ ਤੇ ਕਿਸਾਨਾਂ ਨੇ ਦਿੱਤੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ। ਕਿਸਾਨਾਂ ਦੇ ਅੰਦੋਲਨ ਨੂੰ ਵੇਖ ਸਰਕਾਰ ਘਬਰਾਈ। ਖੇਤੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਛੱਡ ਗੱਲਬਾਤ ਕਰਨ ਦੀ ਕੀਤੀ ਪੇਸ਼ਕਸ਼। ਤੋਮਰ ਨੇ ਕਿਹਾ ਸਰਕਾਰ ਕਿਸਾਨਾਂ ਵੱਲੋਂ ਪ੍ਰਗਟਾਏ ਇਤਰਾਜ਼ਾਂ ਤੇ ਵਿਚਾਰ ਕਰਨ ਨੂੰ ਤਿਆਰ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਲੀਡਰ ਅਜੇ ਮਿਸ਼ਰ ਟੈਨੀ ਦਾ ਕਿਸਾਨਾਂ ਪ੍ਰਤੀ ਵਿਵਾਦਿਤ ਬਿਆਨ। ਅਜੇ ਮਿਸ਼ਰ ਨੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਦਿੱਤੀ ਧਮਕੀ। ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾਉਣ ਤੋਂ ਨਾਰਾਜ਼ ਸਨ ਅਜੇ ਮਿਸ਼ਰ ਟੈਨੀ। ਅਤੇ ਸੁਖਬੀਰ ਸਿੰਘ ਬਾਦਲ ਨੇ ਫਿਰ ਵਿੰਨਿਆ ਚੰਨੀ ਵਜ਼ਾਰਤ ਤੇ ਨਿਸ਼ਾਨਾ। ਸੁਖਬੀਰ ਬਾਦਲ ਨੇ ਕਿਹਾ ਚੰਨੀ ਦੀ ਕੈਬਨਿਟ 'ਚ ਦਾਗੀ ਮੰਤਰੀ ਹੋਏ ਸ਼ਾਮਲ। ਅਕਾਲੀ ਦਲ ਦੀ ਸਰਕਾਰ ਆਉਣ ਤੇ ਚੰਨੀ ਦੇ ਫੈਸਲੇ ਰੀਵਿਊ ਕਰਨ ਦੀ ਆਖੀ ਗੱਲ। ਤੇ ਹੁਣ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅੱਜ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਈ। ਇਸ ਕੈਬਨਿਟ ਮੀਟਿੰਗ 'ਚ ਵੱਡਾ ਫੈਸਲਾ ਲੈਂਦਿਆਂ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਤੇ ਐਸਡੀਐਮਜ਼ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਸਰਪੰਚਾਂ ਤੇ ਕੌਂਸਲਰਾਂ ਦੇ ਆਈ ਕਾਰਡ ਬਣਾਉਣ, ਜਿਨ੍ਹਾਂ ਨਾਲ ਉਹ ਸਰਕਾਰੀ ਦਫ਼ਤਰਾਂ ਤੇ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਦਫ਼ਤਰ ਵਿੱਚ ਬਿਨਾਂ ਰੋਕ ਟੋਕ ਦੇ ਐਂਟਰੀ ਲੈ ਸਕਣ। ਦੱਸਣਯੋਗ ਹੈ ਕਿ ਸਿਰਫ ਵੱਡੇ ਅਧਿਕਾਰੀਆਂ ਤੇ ਵੀਆਈਪੀਜ਼ ਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਐਂਟਰੀ ਹੀ ਸਿਵਲ ਸਕੱਤਰੇਤ ਵਿੱਚ ਹੁੰਦੀ ਹੈ। ਅੱਜ ਦੀ ਇਹ ਕੈਬਨਿਟ ਮੀਟਿੰਗ ਕਿਸਾਨਾਂ ਨਾਲ ਏਕਤਾ ਪ੍ਰਗਟ ਕਰਨ ਲਈ ਬੁਲਾਈ ਗਈ ਸੀ। ਇਸ ਲਈ ਸਿਰਫ ਕਿਸਾਨਾਂ ਦੇ ਮੁੱਦਿਆਂ ਤੇ ਹੀ ਵਿਚਾਰ ਵਟਾਂਦਰਾ ਕੀਤਾ ਗਿਆ। ਏਜੰਡੇ ਦੇ ਹੋਰ ਸਾਰੇ ਨੁਕਤੇ ਅਗਲੀ ਮੀਟਿੰਗ ਲਈ ਮੁਲਤਵੀ ਕਰ ਦਿੱਤੇ ਗਏ ਨੇ। ਅਗਲੀ ਮੀਟਿੰਗ 1 ਅਕਤੂਬਰ 2021 ਨੂੰ ਹੋਵੇਗੀ। ਮੁੱਖ ਤੌਰ ਤੇ ਤਾਂ ਜਿਹੜੇ ਕਿਸਾਨੀ ਸੰਘਰਸ਼ ਚੱਲ ਰਿਹਾ, ਕਾਲੇ ਕਾਨੂੰਨ ਬਣੇ ਹੋਏ ਨੇ, ਉਹਨਾਂ ਤੇ ਚਰਚਾ ਹੋਈ ਆ ਔਰ ਸਾਰੀ ਕੈਬਨਿਟ ਨੇ ਕਿਸਾਨਾਂ ਦੇ ਨਾਲ, ਖੇਤ ਮਜ਼ਦੂਰਾਂ ਦੇ ਨਾਲ ਖੜੇ ਹੋਣ ਦਾ ਅਹਿਦ ਕੀਤਾ। ਔਰ ਕਿਉਂਕਿ ਕਾਂਗਰਸ ਪਾਰਟੀ ਦਾ ਵੀ ਇਹ ਏਜੰਡਾ ਹੈ ਕਿ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਤਾਂ ਅਸੀਂ ਅੱਜ ਜਿਹੜਾ ਫੋਕਸ ਰਿਹਾ ਮੇਨ ਉਹ ਕਿਸਾਨੀ ਸੰਘਰਸ਼ ਤੇ ਰਿਹਾ, ਇਹਨਾਂ ਕਾਲੇ ਕਾਨੂੰਨਾਂ ਤੇ ਰਿਹਾ। ਔਰ ਅਸੀਂ ਉਹਦੇ ਨਾਲ ਨਾਲ ਜਿਹੜੀਆਂ ਨੌਕਰੀਆਂ ਨੇ, ਕਿਸਾਨ ਜਿਹੜੇ ਸੰਘਰਸ਼ ਦੇ ਦੌਰਾਨ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ, ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਜਿਹੜੀ ਆ ਸੰਵੇਦਨਾ ਜ਼ਾਹਰ ਕੀਤੀ ਔਰ ਉਹਦੇ ਨਾਲ ਨਾਲ ਉਹਨਾਂ ਨੂੰ ਨੌਕਰੀਆਂ ਦੇਣ ਦਾ ਵੀ ਅਸੀਂ ਜਿਹੜਾ ਵਾ ਉਹ ਫੈਸਲਾ ਕੀਤਾ। ਕਿਸਾਨਾਂ ਦੇ ਜਿਹੜਾ ਮੁੱਦਾ ਹੈ, ਜੋ 3 ਬਿੱਲ ਹੈ, ਕਿ ਉਹਨੂੰ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨਾਲ ਦੁਬਾਰੇ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਜਾਏ ਜਾਂ ਉਹਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਹੋਵੇ। ਇੱਕ ਤਾਂ ਉਹਦੀ ਗੱਲ ਅੱਜ ਮੁੱਖ ਮੰਤਰੀ ਸਾਹਿਬ ਤੇ तमाम ਕੈਬਨਿਟ ਦੇ ਸਾਥੀਆਂ ਨੇ ਕੀਤੀ ਹੈ, ਜਿੱਥੇ ਕਿਸਾਨ ਅੱਜ ਪੂਰੇ ਪੰਜਾਬ ਭਰ ਦੇ ਵਿੱਚ, ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਵੀ ਹੈ। ਤੇ ਅਸੀਂ ਲੋਕ तमाम ਕਿਸਾਨਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਨੂੰ ਇਸੇ ਹਫਤੇ ਦੇ ਅੰਦਰ तमाम ਮੰਤਰੀ ਸਾਹਿਬਾਨ ਜਿਹੜੇ ਅਲਾਟਡ ਜ਼ਿਲ੍ਹੇ ਹੋਣਗੇ, ਜਿੱਥੇ ਜਿੱਥੇ ਉਹਨਾਂ ਨੂੰ ਜ਼ਿਲ੍ਹਾ ਮਿਲੇਗਾ, ਉੱਥੇ ਜਾਣਗੇ ਤੇ ਉਹ तमाम ਲੋਕ ਜਿਨ੍ਹਾਂ ਦੀਆਂ ਸ਼ਹੀਦ ਹੋ ਗਏ ਕਿਸਾਨ ਅੰਦੋਲਨ ਦੇ ਵਿੱਚ, ਜਿਵੇਂ ਕੱਲ੍ਹ ਚੰਨੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ, ਮੁੱਖ ਮੰਤਰੀ ਸਾਹਿਬ ਨੇ ਅਪੁਆਇੰਟਮੈਂਟ ਲੈਟਰ ਦੇ ਕੇ ਉਹਨਾਂ ਨੂੰ ਨੌਕਰੀ ਦੇ ਕੇ ਨਵਾਜਣਗੇ, ਜਾਣਗੇ। ਔਰ ਨਾਲ ਹੀ ਨਾਲ ਕਈ ਐਸੇ ਜਿਹੜੇ ਕੇਸਿਸ ਹਨ ਜਿਨ੍ਹਾਂ ਦਾ ਹਜੇ ਤੱਕ ਜਿਨ੍ਹਾਂ ਨੂੰ ਗਵਰਨਮੈਂਟ ਨੇ 5 ਲੱਖ ਰੁਪਇਆ ਦੇਣਾ ਸੀ, ਜੋ ਹਦਾਇਤਾਂ ਦੇ ਮੁਤਾਬਕ, ਜੋ ਕਾਨੂੰਨ ਦੇ ਮੁਤਾਬਕ, ਜਿਹੜੀਆਂ ਗਾਈਡਲਾਈਨ ਦੇ ਮੁਤਾਬਕ ਉਹਨਾਂ ਦਾ ਜਿਹੜਾ ਜੇ ਕਿਸੇ ਵਿਅਕਤੀ ਦਾ 5-5 ਲੱਖ ਰੁਪਇਆ ਕਿਸਾਨ ਸਾਡੇ ਭਰਾ ਦਾ ਰਹਿੰਦਾ ਹੈ ਤੇ ਉਹਦੇ ਵੀ ਉਹਨੂੰ ਜਾ ਕੇ ਚੈੱਕ ਦੇਣਗੇ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਦਾ ਵੀ ਕਹਿਣਾ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵੇਗੀ। ਰਾਜਕੁਮਾਰ ਵੇਰਕਾ ਮੁਤਾਬਕ ਕੈਬਨਿਟ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੋਂ ਤੁਰੰਤ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਵੇਰਕਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿਸ ਤਰ੍ਹਾਂ ਦਾ ਵੀ ਆਦੇਸ਼ ਦੇਵੇਗਾ ਉਹ ਪੰਜਾਬ ਸਰਕਾਰ ਨੂੰ ਮਨਜ਼ੂਰ ਹੋਵੇਗਾ। ਅੱਜ ਸਾਡਾ ਅੰਨਦਾਤਾ ਪੂਰੇ ਦੇਸ਼ ਦੇ ਅੰਦਰ ਸੜਕਾਂ ਤੇ ਉਤਰਿਆ ਹੋਇਆ ਔਰ ਇਹ ਸਰਕਾਰ ਨੇ ਫੈਸਲਾ ਕੀਤਾ ਕਿ ਇੱਕ ਮਤਾ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਅਸੀਂ ਭੇਜ ਰਹੇ ਹਾਂ ਕਿ ਕੇਂਦਰ ਦੀ ਸਰਕਾਰ ਇਹ ਕਿਸਾਨਾਂ ਦੇ ਨਾਲ ਡਾਇਲਾਗ ਜਲਦੀ ਓਪਨ ਕਰੇ, ਇਹਨਾਂ ਨਾਲ ਗੱਲਬਾਤ ਕਰੇ ਔਰ ਜਦ ਤੱਕ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਔਰ ਕਿਸਾਨਾਂ ਨਾਲ ਬੈਠ ਕੇ ਇਹ ਦੁਬਾਰਾ ਖੇਤੀ ਕਾਨੂੰਨ ਜਿਹੜੇ ਹੈ ਉਹ ਬਣਨੇ ਚਾਹੀਦੇ ਹੈ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ, ਦੂਸਰੀ ਗੱਲ ਇਹ ਹੈ ਕਿ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ
ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਕਿਸਾਨਾਂ ਨਾਲ ਗੱਲ ਕਰਾਂਗੇ। ਅਸੀਂ ਕਿਸਾਨਾਂ ਨਾਲ ਸਰਕਾਰ ਗੱਲ ਕਰੇਗੀ ਕਿ ਸਰਕਾਰ ਦੇ ਕੋਲੋਂ ਕੀ ਐਕਸਪੈਕਟੇਸ਼ਨ ਹੈ ਕਿਸਾਨ ਨੂੰ। ਉਹ ਚਾਹੇਗੀ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੇ ਨਾਲ ਖੜੇ ਹੋ ਕੇ ਲੜਾਈ ਲੜਨੀ ਹੈ, ਅਸੀਂ ਲੜਾਂਗੇ। ਉਹ ਕਹੇਗੀ ਕਾਨੂੰਨ ਦਾ ਦਰਵਾਜ਼ਾ ਖਟਖਟਾਣਾ ਹੈ, ਸਰਕਾਰ ਦੇ ਕਿਸਾਨ ਦੇ ਨਾਲ ਮਿਲ ਕੇ ਅਸੀਂ ਉਹ ਵੀ ਦਰਵਾਜ਼ਾ ਖਟਖਟਾਵਾਂਗੇ। ਉਹ ਕਹਿਣਗੇ ਵਿਧਾਨ ਸਭਾ ਦੇ ਅੰਦਰ ਦੁਬਾਰਾ ਕਿਸੇ ਅਮੈਂਡਮੈਂਟ ਦੀ ਜ਼ਰੂਰਤ ਆ, ਉਹ ਵੀ ਅਸੀਂ ਲੈ ਕੇ ਆਵਾਂਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਦਾ ਅਸਰ ਦੇਸ਼ ਦੇ ਕਈ ਸੂਬਿਆਂ 'ਚ ਨਜ਼ਰ ਆਇਆ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਬੰਦ ਦੌਰਾਨ ਕਿਸਾਨਾਂ ਦਾ ਡਟਵਾਂ ਸਾਥ ਦਿੱਤਾ ਹੈ। ਇੱਥੇ ਬਾਜ਼ਾਰ, ਬੈਂਕ, ਵਪਾਰਕ ਤੇ ਸਿੱਖਿਆ ਅਦਾਰੇ ਪੂਰਨ ਤੌਰ ਤੇ ਬੰਦ ਰਹੇ। ਰੇਲ ਤੇ ਸੜਕੀ ਆਵਾਜਾਈ ਵੀ ਠੱਪ ਰਹੀ। ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਤਿੱਖੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਤਿਆਰ ਨੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਸਵੇਰ ਤੋਂ ਹੀ ਕਿਸਾਨਾਂ ਵੱਲੋਂ ਮੁੱਖ ਮਾਰਗਾਂ ਉੱਤੇ ਜਾਮ ਲਗਾਉਣੇ ਆਰੰਭ ਕਰ ਦਿੱਤੇ ਗਏ ਨੇ। ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਦੱਖਣੀ ਰਾਜਾਂ ਕੇਰਲਾ, ਕਰਨਾਟਕ, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ 'ਚ ਵੀ ਬੰਦ ਦਾ ਅਸਰ ਵਿਖਾਈ ਦੇ ਰਿਹਾ ਹੈ। ਗਾਜ਼ੀਪੁਰ ਮੋਰਚੇ ਦੇ ਕਾਰਕੁਨਾਂ ਨੇ ਦਿੱਲੀ ਮੇਰਠ ਐਕਸਪ੍ਰੈਸ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਦਿੱਲੀ ਗੁਰੂਗ੍ਰਾਮ ਰੋਡ ਵੀ ਬੰਦ ਕਰ ਦਿੱਤੀ ਹੈ। ਕਿਸਾਨਾਂ ਦੇ ਜਾਮ ਕਾਰਨ ਹਜ਼ਾਰਾਂ ਵਾਹਨ ਰਸਤੇ 'ਚ ਫਸ ਗਏ ਨੇ। ਪੰਜਾਬ ਦੇ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 6 ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਗਿਆ। ਦੂਜੇ ਪਾਸੇ ਕਿਸਾਨ ਔਰਤਾਂ ਵੱਲੋਂ ਰੇਲਵੇ ਟਰੈਕ ਉੱਤੇ ਮੋਰਚਾ ਸਾਂਭਿਆ ਗਿਆ। ਇਹਨਾਂ ਔਰਤਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਆਪਣੇ ਮਨ ਕੀ ਬਾਤ ਕਰਦੇ ਨੇ, ਕਿਸੇ ਹੋਰ ਦੀ ਗੱਲ ਸੁਣਨ ਨੂੰ ਉਹ ਤਿਆਰ ਨਹੀਂ। ਪਰ ਇੱਕ ਦਿਨ ਸਮਾਂ ਆਵੇਗਾ ਜਦੋਂ ਮੋਦੀ ਨੂੰ ਕਿਸਾਨਾਂ ਦੀ ਗੱਲ ਮੰਨਣੀ ਪਵੇਗੀ ਅਤੇ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ। ਜਦੋਂ ਸਾਡੇ ਜ਼ਮੀਨ ਖੋਹੀ ਗਈ ਫਿਰ ਅਸੀਂ ਕੀ ਕਰਾਂਗੇ? ਅਸੀਂ ਗੁਲਾਮ ਲੱਗਾਂਗੇ ਸਰਕਾਰ ਦੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਮੋਦੀ ਨੂੰ ਦੇਖ ਕੇ ਇਹੀ ਗੱਲ ਕਹਿਣੀ ਆ। ਮੈਂ ਬਾਰ-ਬਾਰ ਕਹਿਣੀ ਆ, 10 ਮਹੀਨੇ ਹੋ ਗਏ ਮੈਨੂੰ ਇਹ ਗੱਲ ਕਹਿੰਦੀ ਨੂੰ ਵੀ ਮੋਦੀ ਸਰਕਾਰ ਕਾਲੇ ਕਾਨੂੰਨ ਤੋਂ ਵਾਪਸ ਕਰ ਦੇ। ਅਜੇ ਖੁੱਲਣਗੀਆਂ, ਅਜੇ ਉਹਨੂੰ ਕੋਈ ਪਤਾ ਨਹੀਂ ਚੱਲਿਆ। ਉਹਨੂੰ ਸਾਡੇ ਅਜੇ ਕਿਸੇ ਕਿਸਾਨ ਦਾ ਇੱਕ ਮਹਿਸੂਸ ਨਹੀਂ ਹੋਇਆ। ਉਹ ਤਾਂ ਆਪਦੀਆਂ ਬਾਤਾਂ ਸੁਣਾ ਰਿਹਾ ਹੈ, ਆਪਦੀਆਂ ਸੁਣਾਉਂਦਾ ਹੈ, ਪਰ ਸਾਡੀ ਬਾਤ ਕੋਈ ਅਜੇ ਸੁਣ ਨਹੀਂ ਰਿਹਾ। ਕਦੇ ਤਾਂ ਉਹ ਵੇਲਾ ਆਊਗਾ ਜਿਹੜੀ ਸਾਡੀ ਬਾਤ ਸੁਣੀ ਜਾਊਗੀ। ਜੈਸਾ ਹਾਲ ਕਿਸਾਨਾਂ ਦਾ ਕੀਤਾ ਉਹਨੇ, ਉਹਦਾ ਵੀ ਉਹੀ ਬੁਰਾ ਹਾਲ ਹੋਣਾ ਹੈ। ਜਦੋਂ ਵੀ ਸੁਨੇਹਾ ਮਿਲਦਾ ਵੀ ਅੱਜ ਆਪਾਂ ਨੇ ਰੋਡਾਂ ਬੰਦ ਕਰਨੀਆਂ ਨੇ, ਟਰੈਕ ਬੰਦ ਕਰਨੇ ਨੇ, ਤਾਂ ਲੋਕ ਰੋਸ ਦੇ ਵਿੱਚ ਆ ਕੇ ਇਸ ਸੰਘਰਸ਼ਾਂ ਨੂੰ ਤੇਜ਼ ਕਰਦੇ ਨੇ, ਇਸ ਸੰਘਰਸ਼ਾਂ ਨੂੰ ਸਫਲ ਬਣਾਉਂਦੇ ਨੇ। ਕਿਉਂਕਿ ਜਿਹੜੇ ਮੋਦੀ ਦੇ ਕਾਲੇ ਕਾਨੂੰਨ ਨੇ ਸਾਰੇ ਵਰਗ ਨੂੰ ਪਤਾ ਲੱਗ ਚੁੱਕਿਆ ਵੀ ਸਾਡੇ ਗਲੇ ਦੇ ਪੱਤਾ ਬਣਨਗੇ। ਉਧਰ ਸਮਾਣਾ 'ਚ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਹੀ ਸੜਕਾਂ ਰੋਕ ਕੇ ਰੋਸ ਪ੍ਰਦਰਸ਼ਨ ਆਰੰਭ ਕਰ ਦਿੱਤਾ। ਕਿਸਾਨਾਂ ਨੇ ਸ਼ਹਿਰ ਦੇ ਬਾਜ਼ਾਰ ਤੇ ਬੈਂਕ ਵੀ ਬੰਦ ਕਰਵਾ ਦਿੱਤੇ। ਬੰਦਾ ਬਹਾਦਰ ਚੌਕ 'ਚ ਇਕੱਠੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਅੰਦੋਲਨ ਦੌਰਾਨ ਉਹਨਾਂ ਦੇ ਸੈਂਕੜੇ ਸਾਥੀ ਸ਼ਹੀਦ ਹੋ ਚੁੱਕੇ ਨੇ, ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਮੁਤਾਬਕ ਅੱਜ ਦਾ ਭਾਰਤ ਬੰਦ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਹੈ। ਜੇਕਰ ਅਜੇ ਵੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਛੇੜਨ ਲਈ ਤਿਆਰ ਨਹੀਂ। ਇਹ ਉਪਰਾਲਾ ਤਾਂ ਇੰਜ ਹੈ ਜੀ, ਇਹ ਜਿਹੜੀ ਕਾਲ ਆਈ ਹੈ ਕਈ ਦਿਨਾਂ ਤੋਂ ਅਸੀਂ ਇਹ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਈ ਹੋਈ ਹੈ। ਉਸ ਦੇ ਤਹਿਤ ਹੀ ਅਸੀਂ ਕਈ ਦਿਨਾਂ ਤੋਂ ਸ਼ਹਿਰ ਦੇ ਵਿੱਚ ਵੱਖ-ਵੱਖ ਜਿੰਨੇ ਵੀ ਮਤਲਬ ਜਥੇਬੰਦੀਆਂ ਨੇ ਤੇ ਉਹਨਾਂ ਕੋਲ ਸਾਰਿਆਂ ਕੋਲ ਜਾ ਕੇ ਸਾਡਾ ਵਫਦ ਉਹਨਾਂ ਨੂੰ ਮਿਲਿਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਹੜਾ 27 ਤਰੀਕ ਦੀ ਬੰਦ ਦੀ ਕਾਲ ਹੈ ਉਹਨੂੰ ਪੂਰਨ ਹਮਾਇਤ ਦੇਵਾਂਗੇ ਔਰ ਲੋਕ ਹਮਾਇਤ ਦੇ ਰਹੇ ਨੇ। ਸਵੇਰੇ 6 ਵਜੇ ਤੋਂ ਸਾਰੀਆਂ ਸੜਕਾਂ ਜਾਮ ਹੋਈਆਂ ਪਈਆਂ ਨੇ। ਲੋਕਾਂ ਨੇ ਪਿੰਡਾਂ ਦੇ ਵਿੱਚੋਂ ਆਪ ਮਹਾਰੇ ਉੱਠ ਕੇ ਵੀ ਸੜਕਾਂ ਦੇ ਉੱਤੇ ਜਾਮ ਲਾਤੇ ਨੇ ਔਰ ਇੱਥੇ ਜਿਹੜਾ ਸਮਾਣੇ ਸ਼ਹਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਚੌਂਕ ਦੇ ਵਿੱਚ ਅਸੀਂ ਜਿਹੜਾ ਜਾਮ ਲਾਇਆ, ਇਹਦੇ ਵਿੱਚ ਪੂਰਨ ਤੌਰ ਤੇ ਸ਼ਹਿਰ ਦੀਆਂ ਵੱਖ-ਵੱਖ ਜਿੰਨੀਆਂ ਵੀ ਕਿਰਤੀ ਲੋਕ ਨੇ ਸਾਰੇ ਇੱਥੇ ਪਹੁੰਚਣੇ। ਰੇਹੜੀ ਫੜੀ ਤੋਂ ਲੈ ਕੇ ਦੁਕਾਨਦਾਰ, ਵਪਾਰੀ ਵਰਗ ਸਾਰੇ ਸਾਡੀ ਹਮਾਇਤ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਸਭ ਦਾ ਸਾਨੂੰ ਡਟਮਾ ਜਿਹੜਾ ਉਹ ਹੁੰਗਾਰਾ ਮਿਲ ਰਿਹਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਦਿੱਤੀ ਗਈ ਹੈ, ਜੋ ਕਿ ਸਮੁੱਚਾ ਭਾਰਤ ਬੰਦ ਹੈ ਅੱਜ। ਔਰ ਪੰਜਾਬ ਤੁਸੀਂ ਦੇਖ ਹੀ ਰਹੇ ਹੋ, ਸਵੇਰੇ 6 ਵਜੇ ਤੋਂ ਲੋਕ ਆਪ ਮਹਾਰੇ ਹੀ ਲੋਕਾਂ ਨੇ ਮਤਲਬ ਇਹਦੇ 'ਚ ਪੂਰਾ ਸਹਿਯੋਗ ਦਿੱਤਾ ਹੈ ਔਰ ਆਸ ਵੀ ਕਰਦੇ ਹਾਂ ਕਿ ਸ਼ਾਮ 4 ਵਜੇ ਤੱਕ ਇਹ ਇੱਦਾਂ ਹੀ ਚੱਲਦਾ ਰਹੇਗਾ। ਇਸ ਦੇ ਨਾਲ ਹੀ ਅਸੀਂ ਬਾਰ-ਬਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਦੁਬਾਰਾ ਫਿਰ ਕਹਿਣਾ ਚਾਹੁੰਦੇ ਹਾਂ
ਵੀ ਕੰਨ ਤੇ ਲਿਖਿਆ ਉਹਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ, ਕਿਉਂਕਿ ਸਮੁੱਚੇ ਹਿੰਦੁਸਤਾਨ ਦੇ ਜਿਹੜੇ ਕਿਰਤੀ ਕਿਸਾਨ, ਦੁਕਾਨਦਾਰ, ਛੋਟੇ ਦਸਤਕਾਰ ਲੋਕ, ਜਿੰਨੇ ਵੀ ਕਾਰੋਬਾਰੀ ਨੇ, ਉਹ ਜਾਗ ਚੁੱਕੇ ਨੇ। ਇਹ ਜੋ ਕਾਲੇ ਕਾਨੂੰਨ ਨੇ, ਜਿਹੜੇ ਲੋਕ ਦੋਖੀ ਕਾਨੂੰਨ ਨੇ, ਕਿਸਾਨ ਦੋਖੀ ਕਾਨੂੰਨ ਨੇ, ਆਮ ਲੋਕਾਂ ਦੇ ਵਿਰੋਧੀ ਕਾਨੂੰਨ ਨੇ, ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਉਹਨੂੰ। ਤਰਨਤਾਰਨ ਵਿਖੇ ਕਿਸਾਨਾਂ ਨੇ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪੂਰਾ ਭਾਰਤ ਬੰਦ ਕੀਤਾ ਜਾ ਰਿਹਾ ਹੈ। ਜੇਕਰ ਅਜੇ ਵੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਜਿਵੇਂ ਉਹਨਾਂ ਦੇ ਆਗੂ ਰਣਨੀਤੀ ਬਣਾਉਣਗੇ, ਉਸ ਦੇ ਤਹਿਤ ਅਗਲਾ ਕਦਮ ਚੁੱਕਿਆ ਜਾਵੇਗਾ। ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਕਿਸਾਨੀ ਭਾਈਚਾਰੇ ਨੇ ਹਮਦਰਦੀ ਰੱਖਦੇ, ਆਪਣੀ ਅੱਜ ਦੁਕਾਨਾਂ ਬੰਦ ਰੱਖੋ, ਤਾਂ ਕਿ ਇਕਜੁੱਟਤਾ ਦਾ ਪ੍ਰਤੀਕ ਦੇ ਕੇ ਆਪਾਂ ਇਹ ਮੋਦੀ ਸਰਕਾਰ ਨੂੰ ਦੱਸ ਦਈਏ ਕਿ ਸਾਰੇ ਕਿਸਾਨ, ਮਜ਼ਦੂਰ, ਦੁਕਾਨਦਾਰ ਸਾਰੇ ਇੱਕ ਨੇ ਤੇ ਉਹ ਮੋਦੀ ਦੇ ਕਾਲੇ ਕਾਨੂੰਨਾਂ ਦਾ ਪੁਰਜ਼ੋਰ ਵਿਰੋਧ ਕਰਦੇ ਨੇ। ਇਸ ਦੇ ਨਾਲ ਹੀ ਅੱਜ ਕਿਸਾਨਾਂ ਨੇ ਮੁਕਤਸਰ ਕੋਟਕਪੂਰਾ ਮਾਰਗ ਉੱਤੇ ਸਥਿਤ ਟੋਲ ਪਲਾਜ਼ਾ ਉੱਤੇ ਵੀ ਸੜਕ ਜਾਮ ਕਰ ਦਿੱਤੀ। ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਇਸ ਅੰਦੋਲਨ ਨੂੰ ਸਿਰਫ ਪੰਜਾਬ ਦੇ ਕਿਸਾਨਾਂ ਨਾਲ ਜੋੜ ਰਹੀ ਸੀ, ਪਰ ਅੱਜ ਪੂਰਾ ਭਾਰਤ ਕਿਸਾਨਾਂ ਦੇ ਨਾਲ ਖੜਾ ਹੈ। ਦੇਸ਼ ਭਰ ਦੇ ਲੋਕ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਸੜਕਾਂ ਉੱਤੇ ਉਤਰੇ ਹੋਏ ਨੇ। ਕਿਸਾਨਾਂ ਮੁਤਾਬਕ ਇਸ ਅੰਦੋਲਨ 'ਚ ਉਹਨਾਂ ਨੂੰ ਸਮਾਜ ਦੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਦੇਖੋ, ਜਿਹੜਾ ਇਹ ਪ੍ਰੋਟੈਸਟ ਚੱਲਿਆ, ਜੇਕਰ ਗੱਲ ਕਰੀਏ ਆਪਾਂ ਦਿੱਲੀ ਸੰਘਰਸ਼ ਦੀ, ਤਾਂ 23 ਨਵੰਬਰ ਤੋਂ ਜਿਹੜੀ ਰਵਾਨਗੀ ਹੋਈ ਸੀ, ਲਗਭਗ 25 ਤਰੀਕ ਨੂੰ ਜਿਹੜਾ ਉੱਤੇ ਅਸੀਂ ਪਹੁੰਚ ਗਏ ਸੀ। ਸੰਘਰਸ਼ ਪੁੱਜਣ ਤੇ ਜਿਹੜਾ ਰਾਜਨੀਤਿਕ ਗਤੀਵਿਧੀਆਂ ਵੱਲੋਂ ਇਹ ਦਰਸਾਇਆ ਜਾ ਰਿਹਾ ਸੀ ਕਿ ਸੰਘਰਸ਼ ਜਿਹੜਾ ਇਕੱਲੇ ਪੰਜਾਬ ਦਾ। ਸੋ ਜਦੋਂ ਵੀ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਆ, ਇਹ ਦੱਸਣ ਲਈ ਆਉਂਦੀ ਸਰਕਾਰ ਨੂੰ ਕਿ ਅੱਜ ਇਹ ਜਿਹੜਾ ਪ੍ਰੋਟੈਸਟ ਹੈ ਇਕੱਲੇ ਪੰਜਾਬ ਦਾ ਨਹੀਂ, ਪੂਰੇ ਕਿਸਾਨ ਅੰਦੋਲਨ ਬਣ ਚੁੱਕਿਆ ਹੈ। ਤੇ ਅੱਜ ਤੁਸੀਂ ਦੇਖ ਸਕਦੇ ਹੋ ਸੰਪੂਰਨ ਤੌਰ ਤੇ ਜਿਹੜਾ ਪੂਰਾ ਭਾਰਤ ਬੰਦ ਹੈ, ਔਰ ਸਭ ਤੋਂ ਵੱਡਾ, ਬਹੁਤ ਵੱਡਾ ਸਮਰਥਨ ਜਿਹੜਾ ਉਹ ਕਿਸਾਨਾਂ ਦਾ, ਮਜ਼ਦੂਰਾਂ ਦਾ, ਗਰੀਬ ਵਰਗ ਦਾ, ਦੁਕਾਨਦਾਰ ਵਰਗ ਜਾਂ ਮੁਲਾਜ਼ਮ ਵਰਗ ਦਾ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਫਰੀਦਕੋਟ ਵਿਖੇ ਕਿਸਾਨਾਂ ਨੇ 6 ਵੱਖ-ਵੱਖ ਥਾਵਾਂ ਉੱਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਆਰੰਭ ਦਿੱਤਾ। ਕਿਸਾਨਾਂ ਦੇ ਇਸ ਬੰਦ 'ਚ ਸ਼ਹਿਰ ਦੇ ਦੁਕਾਨਦਾਰਾਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਲੋਕ ਇਕਜੁੱਟ ਨੇ, ਪਰ ਸਰਕਾਰ ਅਜੇ ਵੀ ਆਪਣੀ ਜਿੱਦ ਉੱਤੇ ਅੜੀ ਹੋਈ ਹੈ। ਕਿਸਾਨਾਂ ਮੁਤਾਬਕ ਜੇਕਰ ਸਰਕਾਰ ਨੇ ਅਜੇ ਵੀ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਲੰਬੇ ਸਮੇਂ ਲਈ ਸੰਘਰਸ਼ ਕਰਨ ਲਈ ਵੀ ਤਿਆਰ ਨੇ। ਸਾਡਾ ਜੋ ਚੱਲ ਰਿਹਾ ਪ੍ਰੋਗਰਾਮ 10 ਮਹੀਨੇ ਤੋਂ ਲਗਾਤਾਰ ਦਿੱਲੀ ਦੇ ਵਿੱਚ, ਉਹ ਬੜਾ ਉਤਸ਼ਾਹ ਦੇ ਨਾਲ ਚੱਲ ਰਿਹਾ। ਉਹਨੂੰ ਹੋਰ ਬੜਾਵਾ ਦੇਣ ਵਾਸਤੇ ਔਰ ਸਰਕਾਰ ਨੂੰ ਦੱਸਣ ਵਾਸਤੇ ਕਿ ਇਕੱਲੇ ਦਿੱਲੀ ਵਾਲੇ ਨਹੀਂ, ਜਿਹੜੇ ਇੱਥੇ ਲੋਕ ਰਹਿੰਦੇ ਆ, ਇੱਥੇ ਕਿਸਾਨ ਰਹਿੰਦੇ ਆ, ਔਰ ਹੋਰ ਜੋ ਸਾਰੇ ਮਜ਼ਦੂਰ ਰਹਿੰਦੇ ਆ, ਦੁਕਾਨਦਾਰ ਹੈਗੇ ਆ, ਉਹ ਸਾਰੇ ਸਾਡੇ ਨਾਲ ਆ। ਪੂਰਨ ਤੌਰ ਤੇ ਸ਼ਹਿਰ ਬੰਦ ਹੈ, ਪਿੰਡ ਬੰਦ ਹੈ, ਮਾਰਕੀਟਾਂ ਸਾਰੀਆਂ ਬੰਦ ਹੈ, ਸਾਰੇ ਅਦਾਰੇ ਬੰਦ ਹੈ, ਪੈਟਰੋਲ ਪੰਪ ਬੰਦ ਹੈ, ਗੈਸ ਏਜੰਸੀਆਂ ਬੰਦ ਹੈ, ਸਾਰਾ ਕੁਝ ਬੰਦ ਹੈ। ਬੜਾ ਉਤਸ਼ਾਹ ਲੋਕਾਂ ਦੇ ਵਿੱਚ, ਜੋ ਆਪਣੇ ਹੱਕ ਲੈਣ ਵਾਸਤੇ ਬੜਾ ਗੁੱਸਾ ਹੈ ਸਰਕਾਰ ਦੇ ਖਿਲਾਫ, ਇਹ ਕਾਲੇ ਕਾਨੂੰਨਾਂ ਦੇ ਖਿਲਾਫ। ਸੋ ਬੜੀ ਵੱਡੀ ਪੱਧਰ ਤੇ ਪੂਰਾ ਜਿਹੜਾ ਪੂਰਨ ਬੰਦ ਜਿਹੜਾ ਹੈਗਾ ਸਾਰਾ, ਉਹ ਸਾਰੇ ਦੇਸ਼ ਦੇ ਵਿੱਚ ਹੋਵੇਗਾ। ਲੋਕਾਂ 'ਚ ਇੰਨਾ ਉਤਸ਼ਾਹ ਹੈਗਾ। ਦੱਸ ਦਈਏ ਕਿ ਕਿਸਾਨ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਅੰਦੋਲਨ ਕਰ ਰਹੇ ਨੇ। ਇਸ ਅੰਦੋਲਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਵੀ ਸ਼ਾਮਲ ਨੇ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਨੂੰ ਖਾਸ ਤੌਰ ਉੱਤੇ ਉੱਤਰ ਭਾਰਤ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਬਰਨਾਲਾ ਵਿਖੇ ਵੀ ਭਰਵਾਂ ਹੁੰਗਾਰਾ ਮਿਲਿਆ। ਇੱਥੇ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਪਹਿਲਾਂ ਹੀ ਰੇਲਵੇ ਟਰੈਕ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਸੜਕੀ ਆਵਾਜਾਈ ਵੀ ਰੋਕ ਦਿੱਤੀ ਗਈ। ਬਰਨਾਲਾ 'ਚ ਅੱਜ ਬਾਜ਼ਾਰ ਵੀ ਮੁਕੰਮਲ ਤੌਰ ਤੇ ਬੰਦ ਰਹੇ। ਸ਼ਹਿਰ ਦੇ ਵਪਾਰੀਆਂ ਨੇ ਬੰਦ ਨੂੰ ਸਫਲ ਬਣਾਉਣ 'ਚ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੋਦੀ ਹਕੂਮਤ ਦੇ ਖਿਲਾਫ ਰੋਸ ਵਜੋਂ ਲੋਕ ਆਪ ਮੁਹਾਰੇ ਇਕੱਠੇ ਹੋ ਰਹੇ ਨੇ। ਅੱਜ ਭਾਰਤ ਬੰਦ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਆਪਣੀ ਜਿੱਦ ਤੇ ਅੜੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਹੋਰ ਵੀ ਤੇਜ਼ ਹੋਵੇਗਾ। ਨਰਿੰਦਰ ਮੋਦੀ ਦੇ ਖਿਲਾਫ ਇਹ ਕਿਸਾਨ ਵਿਰੋਧੀ ਹੈ। ਇਸ ਕਰਕੇ ਇਹ ਕਿਸਾਨੀ ਬਿੱਲਾਂ ਦੇ ਖਿਲਾਫ ਸਾਨੂੰ ਘਰਾਂ ਤੋਂ ਕੱਢ ਕੇ ਸੜਕਾਂ ਤੇ ਲਿਆਉਣਾ ਚਾਹੁੰਦੇ ਆ, ਇਹਨਾਂ ਪਿੰਡਾਂ ਨੂੰ ਬੰਦ ਕਰਨਾ ਚਾਹੁੰਦੇ ਆ, ਮੰਡੀਆਂ ਬੰਦ ਕਰਨਾ ਚਾਹੁੰਦੇ ਆ, ਨਵੀਂ ਮੰਡੀ ਸਿਸਟਮ ਲਿਆਉਣਾ ਚਾਹੁੰਦੇ ਆ, ਜਿਹੜਾ ਕਿਸਾਨਾਂ ਦੀ ਦਵਾਈ ਹੈ। ਅਸੀਂ ਇਹਨੂੰ ਸਾਨੂੰ ਮਨਜ਼ੂਰ ਨਹੀਂ ਕਿ ਅਸੀਂ ਰੱਦ ਕਰਦੇ ਹਾਂ। ਤੇ ਅੱਜ ਅਸੀਂ ਇਕੱਲਾ ਇੱਥੇ ਹੀ ਨਹੀਂ, ਪੂਰਾ ਦੇਸ਼ ਬੰਦ ਹੈ। ਸਾਡਾ ਨਹੀਂ, ਅਸੀਂ ਬਿੱਲ ਮਾਫ ਕਰਾ ਲਾਂਗੇ,
ਕਿਸਾਨੀ ਕੋਈ ਦਾ ਦਾਮ ਹੈ। ਪਰ ਅਸੀਂ ਇਹ ਕਿਰਤੀ ਲੋਕਾਂ ਨੂੰ ਜਗਾਉਣ ਜਾ ਰਹੇ ਹਾਂ ਕਿ ਕੱਲ ਨੂੰ ਤੁਹਾਨੂੰ 84 ਕਰੋੜ ਨੂੰ ਮਾਰਨ ਜਾ ਰਿਹਾ। ਅਸੀਂ ਉਹਦੇ ਵਿੱਚ ਹਾਂ ਕਿ ਆਓ ਆਪਾਂ ਇਕੱਠੇ ਹੋ ਕੇ ਅੱਜ ਦੇਸ਼ ਨੂੰ ਬੰਦ ਕਰੀਏ। ਦੇਸ਼ ਬੰਦ ਹੈ। ਆਉਣ ਵਾਲੇ ਸਮੇਂ 'ਚ ਜਦ ਤੱਕ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਜਦ ਤੱਕ ਦਿਲ ਧਰਤੀ 'ਚ ਨਹੀਂ ਕੱਟ ਦਿੰਦੇ, ਉਹਨਾਂ ਚਿਰ ਅਸੀਂ ਬਿਲਕੁਲ ਚੈਨ ਨਾਲ ਨਹੀਂ ਸੌਂਵਾਂਗੇ ਤੇ ਨਾ ਕਿਸੇ ਨੂੰ ਸੌਣ ਦੇਵਾਂਗੇ। 6 ਵਜੇ ਟ੍ਰੇਨ ਰੋਕਣ ਦਾ ਪ੍ਰੋਗਰਾਮ ਸੀ, ਕਿਉਂਕਿ 6 ਵਜੇ ਟ੍ਰੇਨ ਪੂਰੇ ਪੰਜਾਬ ਦੇ ਵਿੱਚ ਬਰਨਾਲਾ ਹੀ ਪਹੁੰਚਦੀ ਹੈ, ਹੋਰ ਵੀ ਟ੍ਰੇਨ ਪਹੁੰਚਦੀ। ਇਸ ਕਰਕੇ ਬਰਨਾਲੇ ਦੇ ਵਿੱਚ 6 ਵਜੇ ਪ੍ਰੋਗਰਾਮ ਟ੍ਰੇਨ ਰੋਕਣ ਦਾ ਜਿਹੜਾ ਪੂਰੀ ਤਰ੍ਹਾਂ ਸਫਲ ਰਿਹਾ। ਕਿਸਾਨ ਪਹੁੰਚੇ ਹੋਏ ਆ ਤੇ ਔਰਤਾਂ ਦਾ ਇਸ ਟਾਈਮ ਘਰੇ ਕੰਮ ਕਰਨ ਦਾ ਟਾਈਮ ਕਰਕੇ ਥੋੜਾ ਲੇਟ ਹੋ ਰਹੀਆਂ ਨੇ। ਚੁੱਲ੍ਹੇ ਚੌਂਕੇ ਦਾ ਕੰਮ ਭਾਲਣਾ ਹੁੰਦਾ ਤੇ ਬੱਚਿਆਂ ਨੂੰ ਇਸ ਕਰਕੇ ਥੋੜਾ ਉਹ ਲੇਟ ਹੋ ਰਹੀਆਂ ਨੇ ਤੇ ਹੁਣ ਪਹੁੰਚਣਾ ਨਹੀਂ ਹੋ ਸਕਦੇ ਨੇ। ਹੋਰ ਅੱਧੇ ਘੰਟੇ ਤੱਕ ਬਹੁਤ ਸਾਰੀਆਂ ਔਰਤਾਂ ਅੱਜ ਦੇ ਇਸ ਭਾਰਤ ਬੰਦ ਦੌਰਾਨ ਬਟਾਲਾ ਦੀ ਸਬਜ਼ੀ ਮੰਡੀ ਦੀ ਰੌਣਕ ਵੀ ਗਾਇਬ ਰਹੀ। ਆੜ੍ਹਤੀਆਂ ਦਾ ਕਹਿਣਾ ਸੀ ਕਿ ਐਤਵਾਰ ਨੂੰ ਮੰਡੀ ਬੰਦ ਹੋਣ ਕਾਰਨ ਸੋਮਵਾਰ ਨੂੰ ਇੱਥੇ ਜ਼ਿਆਦਾ ਰਸ਼ ਹੁੰਦਾ ਹੈ, ਪਰ ਅੱਜ ਬੰਦ ਦਾ ਸੱਦਾ ਹੋਣ ਕਾਰਨ ਕੋਈ ਵੀ ਦੁਕਾਨ ਨਹੀਂ ਖੋਲ੍ਹੀ ਗਈ ਅਤੇ ਨਾ ਹੀ ਸਬਜ਼ੀਆਂ ਤੇ ਫਲਾਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ। ਉਹਨਾਂ ਅਨੁਸਾਰ ਆੜ੍ਹਤੀ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੁੰਦਾ ਹੈ, ਇਸ ਲਈ ਨੁਕਸਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਿਸਾਨਾਂ ਦੇ ਬੰਦ ਦੌਰਾਨ ਉਹਨਾਂ ਦਾ ਡਟਵਾਂ ਸਾਥ ਦੇ ਰਹੇ ਨੇ। ਜਿਹੜੇ ਮੋਦੀ ਸਾਹਿਬ ਨੇ 3 ਕਾਲੇ ਕਾਨੂੰਨ ਲਿਆਂਦੇ ਆ, ਉਹਨਾਂ ਨੂੰ ਸਾਡੇ ਜਿਹੜੇ ਕਿਸਾਨ ਭਰਾ ਏ ਰੱਦ ਕਰਨ ਵਾਸਤੇ ਹਰ ਉਪਰਾਲਾ ਕਰਨ ਡਏ ਆ। ਉੱਥੇ ਵੀ ਜਾ ਕੇ ਬੈਠੇ ਦੇ ਨੇ ਬਾਰਡਰ 'ਤੇ ਵੀ, ਔਰ ਹੁਣ ਸ਼ਹਿਰ ਬੰਦ ਕਰਾਉਣ ਡਏ ਆ। ਅੱਜ ਭਾਰਤ ਬੰਦ ਆ, ਭਾਰਤ ਬੰਦ ਕਰਾਇਆ ਕਿਸਾਨ ਭਾਈਚਾਰਾ ਨੇ। ਤੇ ਇਸੇ ਕਰਕੇ ਵੀ ਜਿਹੜੇ 3 ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਆ। ਇਹ 3 ਕਾਲੇ ਕਾਨੂੰਨ ਜਿਹੜੇ ਆ ਇਹ ਬਿਲਕੁਲ ਹੀ ਜਦੋਂ ਨਹੀਂ ਪਸੰਦ ਸਾਡੇ ਕਿਸਾਨ ਭਰਾਵਾਂ ਨੂੰ, ਤੇ ਮੋਦੀ ਸਾਹਿਬ ਬਾਰ-ਬਾਰ ਜ਼ਬਰਦਸਤੀ ਇਹਨਾਂ ਨੂੰ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਡਏ ਆ। ਉਹਦੇ ਕਰਕੇ ਭਾਰਤ ਬੰਦ ਦੀ ਕਿਸਾਨ ਭਰਾਵਾਂ ਨੇ ਕਾਲ ਦਿੱਤੀ ਹੈ। ਉਹਦੇ ਕਰਕੇ ਅੱਜ ਮੰਡੀ ਬੰਦ ਹੈ। ਕੱਲ੍ਹ ਵੀ ਬੰਦ ਸੀ ਤਾਂ ਸੋਮਵਾਰ ਤੇ ਡਬਲ ਮੰਡੀ ਹੁੰਦੀ ਹੈ, ਤੇ ਉਹਦੇ ਕਾਰਨ ਵੀ ਬਾਵਜੂਦ ਮੰਡੀ ਬੰਦ ਰੱਖਣੀ ਪਈ ਹੈ ਕਿਸਾਨ ਭਰਾਵਾਂ ਦੇ ਨਾਲ ਸਾਥ ਦਿੰਦੇ ਹੋਏ। ਫਿਰ ਨੁਕਸਾਨ ਤੇ ਨੁਕਸਾਨ ਹੀ ਹੈ। ਹੁਣ ਕੱਲ੍ਹ ਐਤਵਾਰ ਸੀ, ਕੱਲ੍ਹ ਵੀ ਬੰਦ ਸੀ। ਕੱਲ੍ਹ ਦਾ ਤੇ ਹੁੰਦਾ ਹੀ ਹੁੰਦਾ, ਐਤਵਾਰ ਮੰਡੀ ਬੰਦ ਹੁੰਦੀ ਹੈ, ਤੇ ਅੱਜ ਸੋਮਵਾਰ ਹੈ, ਸੋਮਵਾਰ ਡਬਲ ਮੰਡੀ ਹੁੰਦੀ ਹੈ। ਨੁਕਸਾਨ ਤੇ ਕਾਫੀ ਹੁੰਦਾ ਹੈ, ਹਰ ਦੁਕਾਨਦਾਰ ਦਾ ਨੁਕਸਾਨ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਭਾਰਤ ਬੰਦ ਨੂੰ ਵੇਖਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ। ਖੇਤੀ ਮੰਤਰੀ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੰਦੋਲਨ ਛੱਡ ਕੇ ਗੱਲਬਾਤ ਦਾ ਰਾਹ ਅਪਣਾਉਣ। ਸਰਕਾਰ ਕਿਸਾਨਾਂ ਵੱਲੋਂ ਉਠਾਏ ਇਤਰਾਜ਼ਾਂ ਤੇ ਵਿਚਾਰ ਕਰਨ ਲਈ ਤਿਆਰ ਹੈ। ਤੋਮਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਤੇ ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਮੁੱਦਾ ਬਾਕੀ ਹੈ ਤਾਂ ਸਰਕਾਰ ਨਿਸ਼ਚਿਤ ਤੌਰ ਤੇ ਇਸ ਬਾਰੇ ਗੱਲ ਕਰੇਗੀ। ਗੌਰਤਲਬ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਭਾਰਤ ਬੰਦ ਕੀਤਾ ਗਿਆ। ਕਿਸਾਨਾਂ ਦੇ ਇਸ ਬੰਦ ਨੂੰ ਦੇਸ਼ ਭਰ 'ਚ ਭਰਵਾਂ ਹੁੰਗਾਰਾ ਮਿਲਿਆ। ਇੱਕ ਪਾਸੇ ਕਿਸਾਨ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ ਤਾਂ ਦੂਜੇ ਪਾਸੇ ਭਾਜਪਾ ਦੇ ਲੀਡਰ ਉਹਨਾਂ ਨੂੰ ਭੜਕਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰ ਟੈਨੀ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਆਖ ਰਹੇ ਨੇ। ਦਰਅਸਲ ਅਜੇ ਮਿਸ਼ਰ ਜਦ ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਜਾ ਰਹੇ ਸਨ ਤਾਂ ਰਸਤੇ 'ਚ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਏ। ਇਸ ਤੋਂ ਨਾਰਾਜ਼ ਅਜੇ ਮਿਸ਼ਰ ਨੇ ਕਿਹਾ ਕਿ ਜੇ ਉਹ ਰੁਕ ਜਾਂਦੇ ਤਾਂ ਕਿਸਾਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਮਿਲਣਾ ਸੀ। ਦੱਸ ਦਈਏ ਕਿ ਕੇਂਦਰੀ ਰਾਜ ਮੰਤਰੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਪੁਲਿਸ ਨੇ ਪਰਚੇ ਵੀ ਦਰਜ ਕਰ ਲਏ ਨੇ। 10 महीने से ज्यादा हो गए, हम भी किसान हैं, आप भी किसान हैं, यहाँ आंदोलन क्यों नहीं फैल गया? क्यों ही वो 10-15 आदमी अगर हम उतर भी जाते तो भागते हुए रास्ता नहीं मिलता। ਖੇਤੀ ਕਾਨੂੰਨਾਂ ਨੂੰ ਲੈ ਕੇ 10 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਪਰ ਭਾਜਪਾ ਨੇਤਾਵਾਂ ਨੂੰ ਅਜੇ ਵੀ ਮੁੱਦੇ ਦੀ ਗੰਭੀਰਤਾ ਸਮਝ ਨਹੀਂ ਆ ਰਹੀ। ਤਾਂ ਹੀ ਤਾਂ ਅਜੇ ਵੀ ਭਾਜਪਾ ਦੇ ਨੇਤਾ ਕਿਸਾਨਾਂ ਨੂੰ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਹੇ। ਵੀਡੀਓ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਹੈ, ਜਿੱਥੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸੀ। ਰਸਤੇ ਵਿੱਚ ਕਿਸਾਨਾਂ ਨੇ ਉਹਨਾਂ ਦਾ ਕਾਫਲਾ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਗੁੱਸੇ ਵਿੱਚ ਆਏ ਮੰਤਰੀ ਸਾਹਿਬ ਨੇ ਸਮਾਗਮ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਧਮਕੀ ਦੇ ਦਿੱਤੀ। ਉਹਨਾਂ ਕਿਹਾ ਕਿ ਜੇ ਉਹ ਰਸਤੇ ਵਿੱਚ ਰੁਕ ਜਾਂਦੇ ਤਾਂ ਕਿਸਾਨਾਂ ਨੂੰ ਭੱਜਦਿਆਂ ਨੂੰ ਥਾਂ ਨਹੀਂ ਲੱਭਣੀ ਸੀ। ਮੰਤਰੀ ਸਾਹਿਬ ਨੇ ਇੱਥੇ ਹੀ ਬਸ ਨਹੀਂ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ 2 ਮਿੰਟਾਂ 'ਚ ਸੁਧਾਰ ਕੇ ਰੱਖ ਦੇਣਗੇ। मोदी जी का सामना नहीं कर पा रहे हैं, ऐसे लोग सामने इस तरह के आंदोलनों में लगे, नहीं तो ये तो देश किसानों का देश। 10 महीने से ज्यादा हो गए, हम भी किसान हैं, आप भी किसान हैं, यहाँ आंदोलन क्यों नहीं फैल गया? क्यों ही वो 10-15 आदमी अगर हम उतर भी जाते तो भागते हुए रास्ता नहीं मिलता।
अगर मैं वहां उतर जाता तो उनको भागने का रास्ता नहीं मिलता। पीठ पीछे काम करने वाले लोग, ऐसे 10-15 लोग यहाँ पर शोर मचाते तो यहाँ पूरे देश में फैल जाना चाहिए था आंदोलन। अगर कृषि कानून खराब होते क्यों नहीं फैला? 10-11 महीने हो गए। मैं ऐसे लोगों को कहना चाहता हूँ कि सुधर जाओ, नहीं तो सामना करो आके, हम आपको सुधार देंगे। 2 मिनट लगेगा केवल। मैं केवल मंत्री नहीं हूँ, ये सांसद विधायक नहीं हूँ। जो विधायक व सांसद बनने से पहले मेरे विषय में जानते होंगे, उनको ये भी मालूम होगा कि मैं किसी चुनौती से भागता नहीं हूँ। और जिस दिन मैंने उस चुनौती को स्वीकार करके काम कर लिया, तो उस दिन बलिया नहीं, लखीमपुर तक छोड़ना पड़ जाएगा, ये याद रखना। मैं एक ऐसा राजनीतिक नेता हूँ कि मैं सभी लोगों को लेकर के, आज आपने 9 साल से देखा मैं विधायक और सांसद के रूप में काम कर रहा हूँ, लेकिन मैंने किसी के लिए कभी भी इस तरह का व्यवहार नहीं किया, न इस तरह का मैंने उसको चैलेंज दिया। लेकिन ये चैलेंज उन लोगों के लिए है जो रात के अंधेरे में चोरी छिपे छुप करके, हताशा, निराशा और कमजोर लोग हैं, जो मदद होने पर रोते हुए मेरे पास आते हैं और रोते हुए वो यहाँ आकर के अपनी मदद मांगते हैं और तब भी मैं मदद करता हूँ। मैंने उनको बचाया था, नहीं तो वो आज भी रो रहे होते। ऐसे लोग हैं, इनको मैं बताना चाहता हूँ कि सुधर जाए और सुधर करके इस क्षेत्र के विकास में अपना योगदान करें। आप सबका बहुत बहुत धन्यवाद। आपने जो स्वागत किया उसके लिए आपका। ਹੁਣ ਮੰਤਰੀ ਸਾਹਿਬ ਇਹ ਬੋਲ ਤਾਂ ਚੁੱਕੇ ਨੇ, ਪਰ ਕੌਣ ਕਿਸ ਨੂੰ ਸੁਧਾਰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਟੀਵੀ ਪੰਜਾਬ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਬਿੰਦਿਆਂ ਉਹਨਾਂ ਨੂੰ ਰਬੜ ਸਟੈਂਪ ਆਖਿਆ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਤੇ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਦੇ ਕੰਮ 'ਚ ਦਖਲ ਅੰਦਾਜ਼ੀ ਕਰ ਰਹੇ ਨੇ। ਚੰਨੀ ਆਪਣੀ ਮਰਜ਼ੀ ਨਾਲ ਸੂਬੇ 'ਚ ਕੋਈ ਅਫਸਰ ਤੱਕ ਬਦਲ ਨਹੀਂ ਸਕਦੇ। ਸੁਖਬੀਰ ਬਾਦਲ ਦੇ ਮੁਤਾਬਕ ਕੈਬਨਿਟ ਮੰਤਰੀਆਂ ਦੇ ਨਾਵਾਂ ਤੇ ਵੀ ਕਾਂਗਰਸ 'ਚ ਘਮਸਾਨ ਮਚੀ ਰਹੀ। ਪਹਿਲੀ ਹੀ ਸਰਕਾਰ 'ਚ ਦਾਗੀ ਰਹੇ ਰਾਣਾ ਗੁਰਜੀਤ ਸਿੰਘ ਨੂੰ ਮੁੜ ਕੈਬਨਿਟ 'ਚ ਸ਼ਾਮਲ ਕਰ ਲਿਆ ਗਿਆ। ਸੁਖਬੀਰ ਬਾਦਲ ਨੇ ਰਾਣਾ ਗੁਰਜੀਤ ਦੇ ਨਾਲ ਹੀ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਤੇ ਵੀ ਕਈ ਗੰਭੀਰ ਆਰੋਪ ਲਗਾਏ। ਸੁਖਬੀਰ ਨੇ ਕਿਹਾ ਕਿ ਚੰਨੀ ਦੀ ਸਰਕਾਰ ਆਪਣੇ ਆਖਰੀ 3 ਮਹੀਨਿਆਂ 'ਚ ਜੋ ਵੀ ਫੈਸਲੇ ਲਵੇਗੀ, ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਉਹ ਸਾਰੇ ਫੈਸਲੇ ਮੁੜ ਤੋਂ ਰਿਵਿਊ ਕੀਤੇ ਜਾਣਗੇ। ਕਾਂਗਰਸ ਪਾਰਟੀ ਦੀ ਜੋ ਹਾਲਾਤ ਹੈ ਉਹ ਹੁਣ ਸੈਲਫ ਡਿਸਟਰਕਟਿਵ ਹੋ ਗਈ ਹੈ। ਮੁੱਖ ਮੰਤਰੀ ਦੇ ਫੈਸਲੇ ਤੇ 3 ਦਿਨ ਲੱਗਦੇ ਆ, 4 ਬੰਦੇ ਲੱਡੂ ਵੰਡ ਕੇ ਘਰੇ ਬਹਿ ਜਾਂਦੇ ਆ। ਮੰਤਰੀਆਂ ਦੇ ਜਿਹੜੇ 4-5 ਦਿਨ ਲੱਗੇ, ਅਖੀਰ ਤੱਕ ਗਵਰਨਰ ਹਾਊਸ ਨੇ ਅਲਟੀਮੇਟ ਦੇਣਾ ਪਿਆ, ਤੁਹਾਨੂੰ ਲਿਸਟ ਦਿੰਦੇ ਹੋ ਕਿ ਨਹੀਂ, ਅਸੀਂ ਪੋਸਟਪੋਨ ਕਰਦੇ ਹਾਂ। ਸੀਐਮ ਸਾਹਿਬ ਚੰਨੀ ਸਾਹਿਬ ਦਾ ਪਹਿਲਾ ਬਿਆਨ ਕਿ ਮੈਂ ਲੈਂਡ ਸੈਂਡ ਮਾਫੀਆ ਨਾਲ ਮੇਰੇ ਕੋਲੇ ਨਾ ਆਉਣ, ਤੇ ਰਾਣਾ ਗੁਰਜੀਤ ਸਿੰਘ ਤਾਂ ਇੰਡਿਕਟਡ ਹੈ, ਸਭ ਤੋਂ ਮੰਤਰੀ ਤੋਂ ਕੱਢਿਆ ਗਿਆ ਸੈਂਡ ਮਾਫੀਆ ਕਰਕੇ, ਤੇ ਸਭ ਤੋਂ ਵੱਧ ਕੈਬਨਿਟ ਜ਼ਰੂਰ ਲੈ ਲਿਆ। ਜਿਹੜਾ ਆਪਣਾ ਰਾਜਾ ਵੜਿੰਗ ਹੈ, 3 ਬੱਚਿਆਂ ਦੇ ਮਰਡਰ ਕੇਸ, ਸੁਸਾਈਡ ਕੇਸ ਇਨਵੋਲਡ ਹੈ, ਪੂਰਾ ਪਰਿਵਾਰ ਖਤਮ ਕਰ ਦਿੱਤਾ ਹੈ। ਫਰੀਦਕੋਟ ਮੁਕਤਸਰ, ਹੁਣ ਉਹਨੂੰ ਲੈ ਲਿਆ। इधर कादिया केस वाले, रेप केस वाला मंत्री ले लिया। दिल्ली दरबार के सामने कांग्रेसी हाथ जोड़ के खड़े है, ते जो दिल्ली दरबार का फैसला है वो इत्थे लागू होता है। मैं कहना चाहना है कि जो फैसले करनगे जिहड़े पंजाब दे हित च नहीं होणगे, सारे रिव्यू किए जाणगे। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਸਹੁੰ ਚੁੱਕਣ ਤੋਂ ਬਾਅਦ ਵੱਖ-ਵੱਖ ਅਦਾਰਿਆਂ 'ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਫੋਟੋ ਉਤਾਰੀ ਜਾ ਰਹੀ ਹੈ। ਅੱਜ ਲੁਧਿਆਣਾ ਦੇ ਕਾਂਗਰਸ ਭਵਨ ਵਿੱਚ ਵੀ ਕੈਪਟਨ ਦੀ ਤਸਵੀਰ ਉਤਾਰ ਦਿੱਤੀ ਗਈ। ਇਸ ਦੌਰਾਨ ਸਾਬਕਾ ਜ਼ਿਲ੍ਹਾ ਯੂਥ ਕੋਮਲ ਖੰਨਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ, ਪਰ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨੂੰ ਨਹੀਂ ਉਤਾਰਿਆ।
ਹੁਣ ਜਦੋਂ ਤੋਂ ਕੈਪਟਨ ਦੁਆਰਾ ਰਾਹੁਲ ਗਾਂਧੀ, ਪ੍ਰਿयंका ਗਾਂਧੀ ਤੇ ਨਵਜੋਤ ਸਿੰਘ ਸਿੱਧੂ ਖਿਲਾਫ ਬਿਆਨਬਾਜ਼ੀ ਕੀਤੀ ਗਈ ਤਾਂ ਉਹਨਾਂ ਦੀ ਫੋਟੋ ਉਤਾਰ ਕੇ ਨਵੇਂ ਮੁੱਖ ਮੰਤਰੀ ਦੀ ਲਗਾਈ ਗਈ ਹੈ। ਕੋਮਲ ਖੰਨਾ ਨੇ ਕਿਹਾ ਕਿ ਉਹ ਤਕਰੀਬਨ ਪਿਛਲੇ 33 ਸਾਲਾਂ ਤੋਂ ਕਾਂਗਰਸ ਵਿੱਚ ਕੰਮ ਕਰ ਰਹੇ ਨੇ ਅਤੇ ਕੈਪਟਨ ਸਾਹਿਬ ਦੇ ਕਹੇ ਅਨੁਸਾਰ ਹੀ ਪਾਰਟੀ ਦੀ ਸੇਵਾ ਕਰ ਰਹੇ ਨੇ। ਕੈਪਟਨ ਸਾਹਿਬ ਨੇ ਮਿਹਨਤੀ ਵਰਕਰਾਂ ਦੀ ਥਾਂ ਆਪਣੇ ਖਾਸਮ ਖਾਸ ਲੋਕਾਂ ਨੂੰ ਅਹੁਦੇ ਵੰਡੇ, ਪਰ ਉਹ ਕੁਝ ਨਹੀਂ ਬੋਲੇ। ਪਰ ਹੁਣ ਹਾਈਕਮਾਂਡ ਵਿਰੁੱਧ ਕੈਪਟਨ ਦੀ ਬਿਆਨਬਾਜ਼ੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਮੈਂ ਕਾਂਗਰਸ ਪਾਰਟੀ ਨਾਲ ਲਗਭਗ 32 ਸਾਲਾਂ ਤੋਂ 33 ਸਾਲਾਂ ਤੋਂ ਕੰਮ ਕਰਦਾ ਆ ਰਿਹਾ। ਵਾਰਡ ਪ੍ਰਧਾਨ, ਬਲਾਕ ਪ੍ਰਧਾਨ, ਜ਼ਿਲ੍ਹੇ ਦਾ ਯੂਥ ਦਾ ਪ੍ਰਧਾਨ ਰਿਹਾ, ਸਟੇਟ ਦੇ ਵਿੱਚ ਸੈਕਟਰੀ, ਜਨਰਲ ਸਕੱਤਰ, ਰਾਜਸਥਾਨ ਦਾ ਇੰਚਾਰਜ ਰਿਹਾ। ਹੁਣ ਮੈਂ ਜਨਰਲ ਸਕੱਤਰ ਪੰਜਾਬ ਕਾਂਗਰਸ ਹਾਂ ਤੇ ਦਫ਼ਤਰ ਦਾ ਇੰਚਾਰਜ ਹਾਂ ਦਿਹਾਤੀ ਦਾ। ਪਰ ਤੁਹਾਨੂੰ ਪਤਾ ਸਾਡੀ ਅਨੁਸ਼ਾਸਨ ਪਾਰਟੀ ਹੈ, ਅਸੀਂ ਫਿਰ ਵੀ 2 ਦਿਨ ਹੋ ਗਏ ਕੈਪਟਨ ਸਾਹਿਬ ਦੀ ਤਸਵੀਰ ਨਹੀਂ ਲਾਈ ਸੀ। ਪਰ ਬੜੀ ਦੁੱਖ ਦੀ ਗੱਲ ਹੈ, ਕੱਲ੍ਹ ਸ਼ਾਮ ਨੂੰ ਕਿ ਜਦੋਂ ਦਾ ਕੈਪਟਨ ਸਾਹਿਬ ਨੇ ਤਾਬੜ ਤੋੜ ਸਾਡੇ ਰਾਹੁਲ ਗਾਂਧੀ ਜੀ ਤੇ ਸਾਡੇ ਪ੍ਰਿयंका ਗਾਂਧੀ ਜੀ ਤੇ ਨਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਤੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦੇ ਬਾਰੇ ਗਲਤ ਬੋਲਿਆ ਤੇ ਉਹਨਾਂ ਦੇ ਵਿਰੋਧ ਵਿੱਚ ਅਸੀਂ ਇਹ ਫੋਟੋ ਉਹਨਾਂ ਦੀ ਉਤਾਰੀ ਹੈ ਤੇ ਉਹਨਾਂ ਦੀ ਜਗ੍ਹਾ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਤੇ ਦੋਨੋਂ ਉਪ ਮੁੱਖ ਮੰਤਰੀ ਸੁਖਵਿੰਦਰ ਰੰਧਾਵਾ ਤੇ ਨਾਲ ਓਪੀ ਸੋਨੀ ਜੀ ਦੀ ਲਾਈ ਹੈ। ਪਰ ਹਜੇ 48 ਘੰਟੇ ਨਹੀਂ ਹੋਏ ਇਹਨਾਂ ਨੂੰ ਲਾਏ ਤੇ ਇਹਨਾਂ ਨੇ ਸਾਡੀ ਪਾਰਟੀ ਦੇ ਐਂਟੀ ਬੋਲਣਾ ਚਾਲੂ ਕਰਤਾ ਤੇ ਅਸੀਂ ਅੱਜ ਉਹ ਬਿਆਨ ਦੇ ਰਹੇ ਹਾਂ ਕਿ ਮੇਰੇ ਨਾਲ ਇੰਜ ਹੋਇਆ ਤੇ ਵਰਕਰਾਂ ਨਾਲ ਕੀ ਹੋਊਗਾ। ਮੈਂ ਕਹਿਣਾ ਚਾਹੁੰਦਾ ਕੈਪਟਨ ਸਾਹਿਬ, ਇੰਨੇ ਸਾਲ ਤੁਹਾਨੂੰ ਆਪਣੇ ਵਰਕਰਾਂ ਦੀ ਯਾਦ ਨਹੀਂ ਆਈ? ਤੁਸੀਂ ਉਹ ਬੰਦੇ OID ਲਾਤੇ ਜਿਨ੍ਹਾਂ ਦੇ ਪਿਓ ਤੁਹਾਡੇ ਜੱਜ ਸੀ, ਜਿਨ੍ਹਾਂ ਕੋਲ ਤੁਸੀਂ ਵੱਡੇ ਕੰਮ ਲਏ, ਉਹਨਾਂ ਦੇ ਬੱਚਿਆਂ ਨੂੰ ਤੁਸੀਂ OID ਲਾਤੇ। ਜਿਹੜੇ ਰੇਤੇ ਦੇ ਵਪਾਰੀ, ਜਿਹੜੇ ਕ੍ਰਿਮੀਨਲ ਬੰਦੇ, ਉਹਨਾਂ ਨੂੰ OID ਤੇ ਵੱਡੇ ਪ੍ਰਸ਼ਾਸਨ ਦੇ ਅਫਸਰ ਲਾਏ। ਉਦੋਂ ਤੁਹਾਨੂੰ ਕੋਮਲ ਖੰਨਾ ਵਰਗੇ ਵਰਕਰ ਨਹੀਂ ਯਾਦ ਆਏ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਕਾਂਗਰਸ ਵਿੱਚ ਹੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰ ਦਿੰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ। ਸਰਕਾਰ ਨੇ ਕਿਸਾਨਾਂ ਦਾ ਡਟਵਾਂ ਸਾਥ ਦੇਣ ਦੀ ਆਖੀ ਗੱਲ। ਸਿਵਲ ਸਕੱਤਰੇਤ 'ਚ ਦਾਖਲ ਹੋਣ ਲਈ ਸਰਪੰਚਾਂ ਤੇ ਕੌਂਸਲਰਾਂ ਦੇ ਬਣਨਗੇ ਆਈ ਕਾਰਡ। ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ। ਰੇਲ ਤੇ ਸੜਕੀ ਆਵਾਜਾਈ ਰਹੀ ਠੱਪ, ਬਜਾ ਰਹੇ ਬੰਦ। ਖੇਤੀ ਕਾਨੂੰਨ ਰੱਦ ਨਾ ਹੋਣ ਤੇ ਕਿਸਾਨਾਂ ਨੇ ਦਿੱਤੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ। ਕਿਸਾਨਾਂ ਦੇ ਅੰਦੋਲਨ ਨੂੰ ਵੇਖ ਸਰਕਾਰ ਘਬਰਾਈ। ਖੇਤੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਛੱਡ ਗੱਲਬਾਤ ਕਰਨ ਦੀ ਕੀਤੀ ਪੇਸ਼ਕਸ਼। ਤੋਮਰ ਨੇ ਕਿਹਾ ਸਰਕਾਰ ਕਿਸਾਨਾਂ ਵੱਲੋਂ ਪ੍ਰਗਟਾਏ ਇਤਰਾਜ਼ਾਂ ਤੇ ਵਿਚਾਰ ਕਰਨ ਨੂੰ ਤਿਆਰ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਲੀਡਰ ਅਜੇ ਮਿਸ਼ਰ ਟੈਨੀ ਦਾ ਕਿਸਾਨਾਂ ਪ੍ਰਤੀ ਵਿਵਾਦਿਤ ਬਿਆਨ। ਅਜੇ ਮਿਸ਼ਰ ਨੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਦਿੱਤੀ ਧਮਕੀ। ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾਉਣ ਤੋਂ ਨਾਰਾਜ਼ ਸਨ ਅਜੇ ਮਿਸ਼ਰ ਟੈਨੀ। ਅਤੇ ਸੁਖਬੀਰ ਸਿੰਘ ਬਾਦਲ ਨੇ ਫਿਰ ਵਿੰਨਿਆ ਚੰਨੀ ਵਜ਼ਾਰਤ ਤੇ ਨਿਸ਼ਾਨਾ। ਸੁਖਬੀਰ ਬਾਦਲ ਨੇ ਕਿਹਾ ਚੰਨੀ ਦੀ ਕੈਬਨਿਟ 'ਚ ਦਾਗੀ ਮੰਤਰੀ ਹੋਏ ਸ਼ਾਮਲ। ਅਕਾਲੀ ਦਲ ਦੀ ਸਰਕਾਰ ਆਉਣ ਤੇ ਚੰਨੀ ਦੇ ਫੈਸਲੇ ਰਿਵਿਊ ਕਰਨ ਦੀ ਆਖੀ ਗੱਲ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।